ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦਾ ਦਿਨ ਤੇਰੀ ਜੈ ਅਤੇ ਪੁਨਰਥਾਨ ਦਾ ਦਿਨ ਹੈ। ਤੇਰੀ ਮਹਿਮਾ ਅਤੇ ਤੇਰੀ ਵਡਿਆਈ ਅਤੇ ਤੇਰੀ ਉਸਤਤ ਦਾ ਦਿਨ ਹੈ। ਸਾਨੂੰ ਆਪ ਦੀ ਹਜ਼ੂਰੀ ਦੇ ਵਿੱਚ ਆਪ ਦੇ ਕੀਤੇ ਹੋਏ ਉਪਕਾਰਾਂ ਦਾ ਧੰਨਵਾਦ ਕਰਨ ਦੇ ਲਈ ਪਰਮੇਸ਼ਰ ਪਿਤਾ ਜੋ ਤਿਆਰੀ ਦਿੱਤੀ ਹੈ, ਜੋ ਬਲ ਦਿੱਤਾ, ਉਸ ਦੇ ਲਈ ਧੰਨਵਾਦ। ਅਸੀਂ ਤੇਰੇ ਅੱਗੇ ਉਹ ਭੇਟਾਂ ਆਪ ਨੂੰ ਅਰਪਿਤ ਕਰੀਏ ਜਿਹੜੀਆਂ ਆਪ ਨੂੰ ਪ੍ਰਵਾਨ ਹੈ ਅਤੇ ਆਪ ਨੂੰ ਸਵੀਕਾਰ ਹੈ, ਕਿਉਂਕਿ ਟੁੱਟਾ ਹੋਇਆ ਮਨ ਪਰਮੇਸ਼ਰ ਨੂੰ ਸਵੀਕਾਰ ਹੈ। ਇਸ ਲਈ ਅਸੀਂ ਆਪ ਦੇ ਪਿਆਰੇ ਪੁੱਤਰ ਦੇ ਵਿੱਚ ਹੋ ਕੇ ਅੱਜ ਦੇ ਦਿਨ ਦੇ ਲਈ ਜੋ ਵੀ ਅਸੀਂ ਤੇਰਾ ਵਚਨ ਪਰਮੇਸ਼ਰ ਦਾ ਧੰਨਵਾਦ ਦੇ ਲਈ ਆਪ ਦੇ ਅੱਗੇ ਪ੍ਰਸਤੁਤ ਕਰਦੇ ਹਾਂ, ਉਹ ਤੇਰੀ ਮਹਿਮਾ ਅਤੇ ਤੇਰੀ ਵਡਿਆਈ ਨੂੰ ਉਜਾਗਰ ਕਰਦਿਆਂ ਹੋਇਆਂ ਤੇਰੇ ਨਾਮ ਨੂੰ ਉੱਚਾ ਕਰ ਸਕੇ। ਅਜਿਹਾ ਹੋਣ ਦੇ ਲਈ ਮਦਦ ਕਰ। ਇਸ ਦੇ ਰਾਹੀਂ ਜਿੰਨੇ ਵੀ ਪਰਮੇਸ਼ਰ ਪਿਤਾ ਇਸ ਵਚਨ ਨੂੰ ਸੁਣਦੇ ਆ ਔਰ ਇਸ ਵਚਨ ਦੇ ਰਾਹੀਂ ਤੇਰੇ ਅੱਗੇ ਧੰਨਵਾਦ ਦੀਆਂ ਭੇਟਾਂ ਤੇਰੇ ਅੱਗੇ ਅਰਪਿਤ ਕਰਦਿਆਂ ਹੋਇਆਂ ਤੇਰੇ ਨਾਮ ਨੂੰ ਉੱਚਾ ਕਰ ਸਕਣ। ਅਜਿਹਾ ਹੋਣ ਦੇ ਲਈ ਮਦਦ ਕਰ। ਇੱਕ ਇੱਕ ਪਲ ਦੇ ਲਈ ਅੱਜ ਦੇ ਵਚਨ ਨੂੰ ਔਰ ਅੱਜ ਦੇ ਦਿਨ ਦੀ ਪਰਮੇਸ਼ਰ ਦਾ ਮਹਿਮਾ ਅਤੇ ਵਡਿਆਈ ਨੂੰ ਆਪ ਦੇ ਅੱਗੇ ਪ੍ਰਸਤੁਤ ਕਰਨ ਵਾਲਾ ਪਰਮੇਸ਼ਰ ਦਾ ਬਲ ਔਰ ਪਰਮੇਸ਼ਰ ਦਾ ਸ਼ਕਤੀ ਤੇਰੇ ਪੁੱਤਰ ਪ੍ਰਭੂ ਯਿਸੂ ਮਸੀਹ ਤੋਂ ਚਾਹੁੰਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗ ਲੈਂਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਪ੍ਰਭੂ ਦੇ ਜੈ ਅਤੇ ਪੁਨਰਥਾਨ ਦੇ ਵਿੱਚ, ਉਸ ਦੇ ਵਿੱਚ 2 ਅਧਿਆਏ ਉਸ ਦੀ 7 ਅਤੇ 8 ਆਇਤ ਨੂੰ ਮੈਂ ਲਿਆ ਹੈ। ਇੱਥੇ ਲਿਖਿਆ ਹੈ, ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖਾਂ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ, ਮਸੀਹ ਦੀ ਦੀਨਤਾ ਮਨੁੱਖੀ ਜੀਵਨ ਦੇ ਲਈ। ਮਸੀਹ ਦੀ ਦੀਨਤਾ ਮਨੁੱਖੀ ਜੀਵਨ ਦੇ ਲਈ। ਬਾਈਬਲ ਦੇ ਵਿੱਚ ਜਦੋਂ ਅਸੀਂ ਇਸ ਖੰਡ ਨੂੰ ਪੜ੍ਹਦੇ ਹਾਂ, ਔਰ ਇਹ ਖੰਡ ਅਕਸਰ ਅਸੀਂ ਕਈ ਵਾਰ ਪੜ੍ਹਿਆ ਹੈ, ਔਰ ਇਸ ਖੰਡ ਦਾ ਪੜ੍ਹਨ ਦਾ ਅਰਥ ਕੀ ਹੈ ਮੈਂ ਆਪ ਦੇ ਨਾਲ ਦੱਸਣਾ ਚਾਹੁੰਦਾ ਹਾਂ। ਪਰਮੇਸ਼ਰ ਦੇ ਸਨਮੁਖ ਮੇਰਾ ਜਾਣ ਦਾ ਉਦੇਸ਼ ਕੀ ਹੈ? ਮੈਂ ਪਰਮੇਸ਼ਰ ਦੇ ਕੋਲ ਕਿਉਂ ਜਾਵਾਂ? ਕੀ ਕਾਰਨ ਹੈ ਕਿ ਮੈਂ ਪਰਮੇਸ਼ਰ ਦੀ ਵਡਿਆਈ ਕਰਾਂ? ਜਦੋਂ ਮੈਂ ਇਸ 2 ਖੰਡ ਅਤੇ 2 ਆਇਤਾਂ ਨੂੰ ਪੜ੍ਹਦਾ ਹਾਂ ਤਾਂ ਇਹ ਖੰਡ ਮੈਨੂੰ ਵਿਵਸ਼ ਕਰ ਦਿੰਦਾ ਹੈ ਪਰਮੇਸ਼ਰ ਦੇ ਕੋਲ ਜਾਣ ਨੂੰ, ਪਰਮੇਸ਼ਰ ਦੀ ਮਹਿਮਾ ਕਰਨ ਨੂੰ, ਪਰਮੇਸ਼ਰ ਦੀ ਉਸਤਤ ਕਰਨ ਨੂੰ। ਔਰ ਇਸ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਉਸਨੇ ਲਿਖਿਆ ਕਿ ਆਪਣੇ ਆਪ ਨੂੰ ਸੱਖਣਾ ਕਰਕੇ, ਸੱਖਣਾ ਕਰਨ ਦਾ ਸਹੀ ਮਾਇਨੇ ਦੇ ਵਿੱਚ ਜਦੋਂ ਅਸੀਂ ਉਸ ਦਾ ਮੂਲ ਅਰਥ ਸਮਝਦੇ ਹਾਂ, ਆਪਣੇ ਆਪ ਨੂੰ ਖਾਲੀ ਕਰਨਾ। ਔਰ ਇਹ ਚੀਜ਼ ਬਾਈਬਲ ਦੇ ਵਿੱਚ ਬੜਾ ਸਾਫ਼ ਹੈ। ਇਹ ਸ਼ਬਦ ਯੂਨਾਨੀ ਵਿੱਚੋਂ ਇੱਕ ਨੋਸ਼ਨ ਕੀਨੋਸਿਸ ਤੋਂ ਹੈ, ਜਿਸ ਦਾ ਯਥਾਰਥ ਅਰਥ ਹੈ ਖੁਦ ਨੂੰ ਖਾਲੀ ਕੀਤਾ। ਪਰਮੇਸ਼ਰ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਸੀ, ਜੋ ਸਭ ਚੀਜ਼ਾਂ ਦੇ ਨਾਲ ਭਰਪੂਰ ਸੀ, ਉਸ ਨੇ ਮੈਨੂੰ ਆਪਣੇ ਵਿੱਚ ਭਰਪੂਰ ਕਰਨ ਦੇ ਲਈ ਦੀਨਤਾ ਦੇ ਨਾਲ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਕਿ ਮੈਂ ਉਸ ਦੇ ਗੁਣਾਂ ਨਾਲ, ਉਸ ਦੀ ਵਡਿਆਈ ਦੇ, ਉਸ ਦੀ ਮਹਿਮਾ ਦੇ ਨਾਲ ਭਰ ਜਾਵਾਂ। ਪਰਮੇਸ਼ਰ ਚਾਹੁੰਦਾ ਸੀ ਇਸ ਤਰ੍ਹਾਂ ਅਸੀਂ ਕਰੀਏ। ਪਰਮੇਸ਼ਰ ਦੇ ਵਿਚਾਰ ਸੀ ਅਸੀਂ ਇਸ ਤਰ੍ਹਾਂ ਉਸ ਦੇ ਅੱਗੇ ਕਰਦੇ ਰਹੀਏ। ਪਰਮੇਸ਼ਰ ਚਾਹੁੰਦਾ ਸੀ। ਔਰ ਦੂਸਰਾ ਅਸੀਂ ਦੇਖਦੇ ਹਾਂ ਕਿ ਇਸ ਦਾ ਇਹ ਅਰਥ ਨਹੀਂ ਕਿ ਯਿਸੂ ਨੇ ਉਸ
ਦਾ ਈਸ਼ਵਰ ਤਵ ਅਰਥਾਤ ਪੂਰਨ ਪਰਮੇਸ਼ਰ ਹੁੰਦੇ ਆਪਣਾ ਸੁਭਾਵ ਛੱਡ ਦਿੱਤਾ। ਇਸ ਦਾ ਅਰਥ ਇਹ ਹੈ ਕਿ ਉਸ ਨੇ ਸਵੈ ਇੱਛਾ ਨਾਲ ਪਰਮੇਸ਼ਰ ਵਜੋਂ ਉਸ ਦੀ ਆਤਮਿਕ ਹੋਂਦ ਦੇ ਲਾਭ ਨੂੰ ਇੱਕ ਪਾਸੇ ਰੱਖ ਦਿੱਤਾ, ਜਿਸ ਵਿੱਚ ਉਸ ਦੀ ਸਵਰਗੀ ਮਹਿਮਾ, ਜੋ ਅਸੀਂ ਯਹੋਨਾ ਦੀ ਅੰਜੀਲ ਉਸ ਦਾ 17:4 ਵਿੱਚ ਸਾਫ਼ ਰੀਤੀ ਨਾਲ ਪੜ੍ਹ ਸਕਦੇ ਹਾਂ। ਯਹੋਨਾ ਦੀ ਅੰਜੀਲ 17:4 ਮੈਂ ਆਪ ਦੇ ਲਈ ਇੱਥੇ ਪੜ੍ਹ ਰਿਹਾ। ਇੱਥੇ ਲਿਖਿਆ ਹੈ, ਜਿਹੜੇ ਕੰਮ ਤੈਂ ਮੈਨੂੰ ਕਰਨ ਲਈ ਦਿੱਤਾ ਸੀ ਉਸ ਨੂੰ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ ਹੈ। ਜਿਹੜਾ ਕੰਮ ਤੈਂ ਮੈਨੂੰ ਦਿੱਤਾ ਸੀ, ਪਰਮੇਸ਼ਰ ਨੇ ਕੀ ਕੰਮ ਦਿੱਤਾ ਸੀ? ਅਸੀਂ ਪਾਪੀ ਸੀ ਔਰ ਅਸੀਂ ਪਾਪ ਤੋਂ ਬਚ ਨਹੀਂ ਸੀ ਸਕਦੇ, ਕਿਉਂਕਿ ਬਾਬੇ ਆਦਮ ਨੇ ਪਾਪ ਕੀਤਾ। ਉਸ ਪਾਪ ਦੇ ਨਾਲ ਅਸੀਂ ਸਭੇ ਪਾਪ ਦੇ ਅਧੀਨ ਹੋ ਗਏ ਅਤੇ ਹੁਣ ਸਾਡੇ ਉੱਤੇ ਮੌਤ ਦਾ ਹੁਕਮ ਸੀ। ਪਰ ਪਰਮੇਸ਼ਰ ਨੇ ਸਾਨੂੰ ਪਾਪ ਦੇ ਵਿੱਚ ਨਹੀਂ ਰਹਿਣ ਦਿੱਤਾ, ਬਲਕਿ ਪਾਪ ਤੋਂ ਬਚ ਨਿਕਲਣ ਦੇ ਲਈ ਮੇਰੇ ਲਈ ਉਪਾਅ ਕੀਤਾ। ਮੇਰੇ ਲਈ ਕੀ ਉਪਾਅ ਕੀਤਾ? ਉਸ ਨੇ ਆਪਣੇ ਆਪ ਨੂੰ ਮਨੁੱਖੀ ਰੂਪ ਦੇ ਨਾਲ ਮੁਜੱਸਮ ਕਰਕੇ ਇਸ ਧਰਤੀ ਦੇ ਉੱਤੇ ਮੈਨੂੰ ਬਚਾਉਣ ਦੇ ਲਈ ਕਾਰਜ ਕੀਤਾ, ਜਿਹੜਾ ਪਿਤਾ ਨੇ ਉਸ ਨੂੰ ਕਿਹਾ ਸੀ। ਕੀ ਅਸੀਂ ਪੜ੍ਹਦੇ ਆ ਇਸੇ ਯਹੋਨਾ ਦੇ ਵਿੱਚ, ਜਦੋਂ ਮੈਂ ਉਸ ਦਾ 1:14 ਪੜ੍ਹਦਾ ਹਾਂ, ਉਸ ਦੇ ਵਿੱਚ ਸਾਫ਼ ਤੌਰ ਤੇ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਬਾਰੇ ਸਾਫ਼ ਤੌਰ ਤੇ ਲਿਖਿਆ ਹੈ। ਕਹਿੰਦਾ, ਅਤੇ ਸ਼ਬਦ ਦੇ ਧਾਰੀ ਹੋਇਆ। ਪਰਮੇਸ਼ਰ ਜੋ ਸ਼ਬਦ ਸੀ, ਉਹ ਸ਼ਬਦ ਦੇ ਵਿੱਚ ਜੋ ਪਾਵਰ ਸੀ, ਉਹ ਪਾਵਰ ਇੱਕ ਸਰੀਰਕ ਰੂਪ, ਜਿਸ ਨੂੰ ਅਸੀਂ ਦੇਖ ਨਹੀਂ ਸਕਦੇ, ਸਰੀਰਕ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਧਾਰ ਕੇ। ਕਹਿੰਦਾ ਸ਼ਬਦ ਦੇ ਧਾਰੀ ਹੋਇਆ। ਇੰਗਲਿਸ਼ ਦੇ ਵਿੱਚ ਸ਼ਬਦ ਜੋ ਦੇ ਧਾਰੀ ਹੋਇਆ ਉਹਨੂੰ ਕ੍ਰੀਏਚਰ ਸ਼ਬਦ ਦਿੱਤਾ ਗਿਆ। ਉਹ ਸ਼ਬਦ ਜਿਸ ਦੇ ਵਿੱਚ ਪ੍ਰਾਣ ਵੀ ਹੈ, ਜਿਸ ਵਿੱਚ ਬੁੱਧ ਵੀ ਹੈ ਔਰ ਜਿਸ ਵਿੱਚ ਆਤਮਾ ਵੀ ਹੈ। ਪਸ਼ੂਆਂ ਦੇ ਵਿੱਚ ਇਹ ਨਹੀਂ ਹੈ, ਮਨੁੱਖ ਦੇ ਵਿੱਚ ਹੈ। ਔਰ ਉਹ ਪਵਿੱਤਰ ਮਨੁੱਖ ਬਣ ਕੇ ਇਸ ਧਰਤੀ ਦੇ ਵਿੱਚ ਦੇਹਧਾਰੀ ਹੋਇਆ, ਜਿਸ ਦੇ ਬਾਰੇ ਯਹੋਨਾ ਕਹਿ ਰਿਹਾ, ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਦੇ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ। ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਵਰਗਾ ਡਿਠਾ। ਉਹ ਜਿਹੜਾ ਸਰਵੱਤ ਸ੍ਰਿਸ਼ਟੀ ਦੇ ਗੁਣਾਂ ਦੇ ਨਾਲ ਭਰਪੂਰ ਸੀ, ਉਹ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਚੇਤਾ ਸੀ, ਉਹ ਜਿਹੜਾ ਸੰਪੂਰਨ ਬ੍ਰਹਿਮੰਡ ਨੂੰ ਆਪਣੇ ਇੱਛਾ ਦੇ ਨਾਲ ਚਲਾਉਣ ਵਾਲਾ ਸੀ, ਉਹ ਇਸ ਧਰਤੀ ਦੇ ਉੱਤੇ ਮਨੁੱਖੀ ਰੂਪ ਧਾਰ ਕੇ ਆਪਣੇ ਆਪ ਨੂੰ ਸੱਖਣਾ ਕੀਤਾ। ਕਹਿਣ ਦਾ ਭਾਵ ਖਾਲੀ ਕੀਤਾ। ਕਿਹਦੇ ਲਈ? ਮੇਰੇ ਲਈ। ਕਾਹਦੇ ਲਈ? ਕਿ ਮੈਂ ਪਰਮੇਸ਼ਰ ਦੇ ਨਾਲ ਸੰਗਤ ਕਰਕੇ ਉਸ ਦੀ ਪਵਿੱਤਰਤਾ ਦੇ ਨਾਲ ਪਵਿੱਤਰ ਹੋ ਕੇ ਪਰਮੇਸ਼ਰ ਦੀ ਵਡਿਆਈ ਕਰ ਸਕਾਂ, ਜਿਸ ਦੇ ਲਈ ਉਸਨੇ ਮੈਨੂੰ ਰਚਿਆ ਸੀ, ਜਿਸ ਨੂੰ ਮੈਂ ਖੋਜ ਚੁੱਕਾ ਸੀ ਬਾਬੇ ਆਦਮ ਦੇ ਰਾਹੀਂ। ਮੁੜ ਉਸ ਸੰਗਤ ਨੂੰ ਮੈਂ ਪ੍ਰਾਪਤ ਕਰ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰ ਸਕਾਂ। ਇਹ ਪਰਮੇਸ਼ਰ ਦਾ ਬਹੁਤ ਵੱਡਾ ਅਹਿਸਾਨ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਹੈ, ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ। ਔਰ ਉਸ ਦੇ ਨਾਲ ਯਹੋਨਾ ਜਦੋਂ ਉਸ ਦਾ 5 ਅਧਿਆਏ ਉਸ ਦੀ 30 ਆਇਤ ਪੜ੍ਹਦਾ ਹਾਂ, ਜਿੱਥੇ ਪਰਮੇਸ਼ਰ ਆਪਣੀ ਇੱਛਾ ਦੇ ਨਾਲ ਪਰਮੇਸ਼ਰ ਦੇ ਕਾਰਜ ਦੀ ਮਹਿਮਾ ਨੂੰ ਪ੍ਰਗਟ ਕਰਦਾ ਹੈ। ਕਹਿੰਦਾ ਹੈ, ਮੈਂ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ, ਜਿਹਾ ਮੈਂ ਸੁਣਦਾ ਹਾਂ ਤਿਹਾ ਹੀ ਨਿਉ ਕਰਦਾ ਹਾਂ, ਔਰ ਮੇਰਾ ਨਿਉ ਸੱਚਾ ਹੈ, ਕਿਉਂਕਿ ਮੈਂ ਆਪਣੀ ਮਰਜ਼ੀ ਨਹੀਂ ਭਾਲਦਾ, ਪਰ ਉਹਦੀ ਮਰਜ਼ੀ ਜਿਹਨੇ ਮੈਨੂੰ ਘੱਲਿਆ ਹੈ। ਇਹਦਾ ਮਤਲਬ ਕਿਹਨੇ ਘੱਲਿਆ ਹੈ? ਪਰਮੇਸ਼ਰ ਨੇ। ਕਾਹਦੇ ਲਈ ਘੱਲਿਆ ਹੈ? ਮੈਨੂੰ ਪਾਪੀ ਨੂੰ ਬਚਾਉਣ ਦੇ ਲਈ, ਕਿ ਮੈਂ ਉਸ ਦੇ ਰਾਹੀਂ ਸ਼ੁੱਧ ਕੀਤਾ ਜਾਵਾਂ, ਪਵਿੱਤਰ ਕੀਤਾ ਜਾਵਾਂ ਅਤੇ ਪਰਮੇਸ਼ਰ ਦੇ ਨੇੜੇ ਆ ਕੇ ਪਰਮੇਸ਼ਰ ਦੀ ਵਡਿਆਈ ਅਤੇ ਉਸਤਤ ਕਰਾਂ, ਧੰਨਵਾਦ ਕਰਾਂ। ਇਹੋ ਮਨੁੱਖ ਦਾ ਰਿਣ ਹੈ। ਔਰ ਉਸ ਦੇ ਲਈ ਇਹ ਗੱਲ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ, ਉਸਨੇ ਆਪਣੇ ਆਪ ਨੂੰ ਸੱਖਣਾ ਕੀਤਾ। ਪਹਿਲੀ ਗੱਲ ਅਸੀਂ ਦੇਖਦੇ ਹਾਂ, ਸਵਰਗੀ ਮਹਿਮਾ ਸੀ ਉਹਦੇ ਵਿੱਚ। ਦੂਸਰੀ ਗੱਲ ਦੇਖਦੇ ਹਾਂ, ਉਹਦੇ ਵਿੱਚ ਅਹੁਦਾ ਸੀ। ਔਰ ਤੀਸਰੀ ਗੱਲ ਦੇਖਦੇ ਹਾਂ, ਅਸੀਰੀ। ਇਬਰਾਨੀਆਂ ਦੀ ਪੁਸਤਕ ਜਦੋਂ 5:8 ਪੜ੍ਹਦੇ ਹਾਂ,
ਤਾਂ ਉਸ ਵਿੱਚ ਸਾਨੂੰ ਅਸੀਰੀ ਦੇ ਬਾਰੇ ਕੁਝ ਇੰਜ ਪਤਾ ਲੱਗਦਾ ਹੈ ਜਿਹੜੀ ਪਰਮੇਸ਼ਰ ਦੇ ਵਚਨ ਦੇ ਨਾਲ ਸਾਨੂੰ ਗੁਲਾਮੀ ਤੋਂ ਛੁਟਕਾਰੇ ਦੇ ਬਾਰੇ ਦੱਸਦੀ ਹੈ। 5:8 ਮੈਂ ਆਪਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਅਤੇ ਉਹ ਭਾਵੇਂ ਪੁੱਤਰ ਸੀ, ਪਰ ਜਿਹੜੇ ਉਹਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀ ਸਿੱਖੀ। ਮੇਰੇ ਲਈ ਉਸਨੇ ਦੁੱਖ ਝੱਲੇ। ਤੁਸੀਂ ਜਿਹੜੇ ਤਸੀਹੇ ਮੈਂ ਝੱਲਣੇ ਸੀ, ਜਿਹੜੇ ਤਸੀਹੇ ਆਪਨੇ ਝੱਲਣੇ ਸੀ, ਉਹ ਤਸੀਹੇ ਪਰਮੇਸ਼ਰ ਨੇ ਮੇਰੇ ਲਈ ਆਪ ਕਲਵਰੀ ਕਰੂਸ ਤੱਕ ਚੱਲੇ। ਯਰੂਸ਼ਲਮ ਤੋਂ ਕਲਵਰੀ ਕਰੂਸ ਤੱਕ ਸਾਰੇ ਤਸੀਹਿਆਂ ਨੂੰ ਚੱਲਿਆ। ਮਤਲਬ ਕਿ ਆਪਣੇ ਆਪ ਨੂੰ ਮੇਰੇ ਲਈ, ਹਾਂ ਮੇਰੇ ਲਈ ਖਾਲੀ ਕਰ ਦਿੱਤਾ ਕਿ ਮੈਂ ਪਰਮੇਸ਼ਰ ਵਿੱਚ ਭਰਪੂਰ ਹੋ ਕੇ ਪਰਮੇਸ਼ਰ ਦੀ ਮਹਿਮਾ ਅਤੇ ਉਸਤਤ ਅਤੇ ਵਡਿਆਈ ਉਸ ਦੀ ਹਜ਼ੂਰੀ ਵਿੱਚ ਕਰ ਸਕਾਂ। ਔਰ ਉਸ ਤੋਂ ਬਾਅਦ ਕਹਿੰਦਾ ਹੈ, ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ। ਮਸੀਹ ਦੇ ਦਾਸ ਦਾ ਰੂਪ ਲੈਣ ਦਾ ਵਰਣਨ ਕਰਕੇ ਬਾਈਬਲ ਵਿੱਚ ਕਈ ਭਾਗਾਂ ਦੇ ਵਿੱਚ ਲਿਖਿਆ ਹੋਇਆ ਹੈ, ਨਬੀਆਂ ਦੀ ਪੁਸਤਕਾਂ ਦੇ ਵਿੱਚ ਲਿਖਿਆ ਹੋਇਆ ਹੈ। ਔਰ ਪਰਮੇਸ਼ਰ ਦੇ ਹੋਰ ਕਈ ਖੰਡ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਯਰਮਾਇਆ ਦੇ ਵਿੱਚ ਹੈ, ਹਿਜ਼ਕੀਏਲ ਦੇ ਵਿੱਚ ਹੈ। ਇਹ ਸਭ ਜਗ੍ਹਾ ਦੇ ਵਿੱਚ ਉਸਦੇ ਦਾਸ ਦੇ ਸਵਰੂਪ ਬਾਰੇ ਲਿਖਿਆ ਹੋਇਆ। ਭਾਵੇਂ ਉਹ ਪੂਰੀ ਤਰ੍ਹਾਂ ਨਾਲ ਈਸ਼ਵਰੀ ਅਰਥਾਤ ਪੂਰਨ ਪਰਮੇਸ਼ਰ ਰਿਹਾ ਸੀ, ਮਸੀਹ ਨੇ ਇੱਕ ਮਨੁੱਖੀ ਸੁਭਾਵ, ਇਸ ਦੀਆਂ ਪ੍ਰੀਖਿਆਵਾਂ, ਨੰਬਰ 1, ਨੰਬਰ 2 ਅਪਮਾਨ, ਨੰਬਰ 3 ਕਮਜ਼ੋਰੀਆਂ ਨਾਲ ਲਿਆ ਸੀ। ਫਿਰ ਵੀ ਉਸਨੇ ਇਹ ਸਭ ਪਾਪ ਤੋਂ ਬਿਨਾਂ ਸਹਿਨ ਕੀਤਾ। ਇਹ ਸਭ ਪਾਪ ਤੋਂ ਬਿਨਾਂ ਸਹਿਨ ਕੀਤਾ। ਜਦੋਂ ਦੂਸਰਾ ਕਰੰਥੀਆਂ ਅਸੀਂ 5 ਅਧਿਆਇ ਉਸ ਦੀ 21 ਆਇਤ ਪੜ੍ਹਦੇ ਹਾਂ ਤਾਂ ਲਿਖਿਆ ਹੈ, ਜਿਹੜਾ ਪਾਪ ਦਾ ਜਾਣੂ ਨਹੀਂ ਸੀ ਉਹ ਸਾਡੀ ਖਾਤਰ ਪਾਪ ਬਣਿਆ ਕਿ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਰ ਦੀ ਧਾਰਮਿਕਤਾ ਬਣ ਜਾਈਏ, ਭਾਵ ਸਹੀ ਸੰਬੰਧ ਰੱਖਣ ਵਾਲੇ ਬਣ ਜਾਈਏ, ਜਿਸ ਦੇ ਨਾਲ ਪਰਮੇਸ਼ਰ ਦੀ ਸਾਡੇ ਨਾਲ ਸੰਗਤ ਹੋ ਸਕੇ। ਕਿੰਨਾ ਅਦਭੁਤ ਹੈ ਪਰਮੇਸ਼ਰ ਦਾ ਪ੍ਰੇਮ, ਕਿੰਨਾ ਅਦਭੁਤ ਹੈ ਪਰਮੇਸ਼ਰ ਦਾ ਤਿਆਗ, ਕਿੰਨਾ ਅਦਭੁਤ ਹੈ ਪਰਮੇਸ਼ਰ ਦਾ ਬਲੀਦਾਨ, ਜੋ ਮੇਰੇ ਲਈ ਇਸ ਧਰਤੀ ਦੇ ਉੱਤੇ ਸਾਰੇ ਪਾਪਾਂ ਦਾ ਰਿਣ ਚੁਕਾਉਣ ਦੇ ਲਈ ਕੀਤਾ ਗਿਆ। ਔਰ ਇਸ ਦੇ ਨਾਲ ਅਸੀਂ ਇਹ ਦੇਖਦੇ ਹਾਂ, ਫਿਰ ਵੀ ਉਹਨੇ ਇਹ ਸਭ ਪਾਪ ਤੋਂ ਬਿਨਾਂ ਸਹਿਨ ਕੀਤਾ। ਇਸ ਦਾ ਅਰਥ ਹੈ ਕਿ ਉਸਨੇ ਕਦੇ ਵੀ ਕਿਸੇ ਗੱਲ ਵਿੱਚ ਪਰਮੇਸ਼ਰ ਦੀ ਉਲੰਘਣਾ ਜਾਂ ਪਰਮੇਸ਼ਰ ਦੇ ਸਿੱਧ ਮਾਪਦੰਡਾਂ ਦੇ ਦੁਆਰਾ ਕੁਝ ਗਲਤ ਨਹੀਂ ਕੀਤਾ। 3 ਜਗ੍ਹਾ ਪਰਤਾਇਆ ਗਿਆ, 3 ਜਗ੍ਹਾ, ਗਲੀਲ ਦੇ ਵਿੱਚ, ਪਿਲਾਤੁਸ ਦੇ ਵਿੱਚ ਔਰ ਕੈਸਰ ਦੇ ਵਿੱਚ। 3 ਜਗ੍ਹਾ ਦੇ ਵਿੱਚੋਂ ਪਰਤਾਇਆ ਗਿਆ, ਫਿਰ ਵੀ ਨਿਸਪਾਪ ਨਿਕਲਿਆ। ਕੋਈ ਵੀ ਦੋਸ਼ ਉਹਦੇ ਵਿੱਚ ਨਹੀਂ ਸੀ, ਪਰ ਮੇਰੀਆਂ ਗਲਤੀਆਂ ਦੇ ਕਰਕੇ ਉਸ ਨੂੰ ਉਹ ਸਾਰੀ ਸਜ਼ਾ, ਸਾਰੇ ਦੁੱਖ ਝੱਲਣੇ ਪਏ ਕਿ ਮੈਂ ਪਰਮੇਸ਼ਰ ਦੇ ਨਾਲ ਪਵਿੱਤਰ ਸੰਗਤ ਕਰ ਸਕਾਂ, ਉਸ ਦੀ ਸੰਗਤ ਦੇ ਵਿੱਚ ਰਹਿ ਕੇ ਉਸ ਦੀ ਜਿਉਂਦੀ ਆਸ ਦੇ ਵਿੱਚ ਉਸ ਦੇ ਨਾਲ ਮਿਲ ਸਕਾਂ। ਕਿੰਨਾ ਵੱਡਾ ਸੁਭਾਗ ਪਰਮੇਸ਼ਰ ਨੇ ਆਪਣੇ ਆਪ ਨੂੰ ਸੱਖਣਾ ਕਰਕੇ, ਖਾਲੀ ਕਰਕੇ, ਦਾਸ ਦਾ ਰੂਪ ਧਾਰ ਕਰਕੇ ਮੈਨੂੰ ਦਿੱਤਾ ਹੈ, ਜਿਸ ਦੇ ਵਿੱਚ ਮੈਂ ਇਹ ਸਮਝਦਾ ਹਾਂ ਕਿ ਜਿਸ ਪਰਮੇਸ਼ਰ ਦੇ ਪੁੱਤਰ ਨੇ ਮੇਰੇ ਲਈ ਇੰਨਾ ਕੁਝ ਕੀਤਾ ਕਿ ਮੈਂ ਉਸ ਦੇ ਲਈ ਆਪਣੇ ਜੀਵਨ ਦੇ ਵਿੱਚ ਉਸ ਨੂੰ ਧੰਨਵਾਦ ਨਾ ਦੇਵਾਂ। ਫਿਰ ਲਿਖਿਆ ਹੈ, ਮਨੁੱਖਾਂ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ, ਇੱਥੋਂ ਤੱਕ ਕਿ ਮੌਤ ਦੀ, ਸਗੋਂ ਸਲੀਬ ਦੀ ਅਤੇ ਮੌਤ ਦੀ ਆਗਿਆਕਾਰੀਤਾ ਤੱਕ ਬਣਿਆ ਰਿਹਾ। ਮੌਤ ਕੀ ਦੱਸਦੀ ਹੈ? ਮੌਤ ਕੀ ਦੱਸਦੀ ਹੈ? ਵਿਛੋੜੇ। ਜਿਹੜਾ ਵਿਛੋੜਾ ਮੇਰੇ ਅਤੇ ਪਰਮੇਸ਼ਰ ਦੇ ਵਿੱਚ ਪੈ ਚੁੱਕਾ ਸੀ, ਉਸ ਵਿਛੋੜੇ ਨੂੰ ਪਰਮੇਸ਼ਰ ਪੁੱਤਰ ਨੇ
ਆਪਣੀ ਮੌਤ ਦੇ ਨਾਲ ਸਾਨੂੰ ਜੋੜ ਦਿੱਤਾ ਕਿ ਅਸੀਂ ਪਿਤਾ ਦੇ ਨਾਲ ਸੰਗਤ ਕਰਕੇ ਪਰਮੇਸ਼ਰ ਦੀ ਮਹਿਮਾ ਕਰੀਏ। ਕਿੰਨਾ ਵੱਡਾ ਹੈ ਪਰਮੇਸ਼ਰ ਦਾ ਉਪਕਾਰ ਕਿ ਜਿਹਨੇ ਮੈਨੂੰ ਆਪਣੇ ਨਾਲ ਮਿਲਾਉਣ ਦੇ ਲਈ ਮਨੁੱਖੀ ਸੂਰਤ ਨੂੰ ਧਾਰ ਕੇ ਮੈਨੂੰ ਇਸ ਪਾਪ ਦੇ ਬੰਧਨਾਂ ਤੋਂ ਛੁਡਾ ਕੇ ਪਰਮੇਸ਼ਰ ਦੀ ਸੰਤਾਨ ਬਣਾ ਦਿੱਤਾ। ਕਿੰਨਾ ਵੱਡਾ ਪਰਮੇਸ਼ਰ ਦਾ ਕਾਰਜ ਹੈ, ਕਿੰਨਾ ਵੱਡਾ ਪਰਮੇਸ਼ਰ ਦੀ ਉਪਕਾਰ ਹੈ ਜਿਹੜਾ ਉਸਨੇ ਮੇਰੇ ਜੀਵਨ ਦੇ ਵਿੱਚ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਕੀਤਾ। ਕਿ ਮੈਂ ਉਸ ਦੇ ਕੀਤੇ ਹੋਏ ਉਪਕਾਰ ਦਾ ਧੰਨਵਾਦ ਉਸ ਨੂੰ ਕਰ ਸਕਾਂ, ਜਿਸ ਨੇ ਆਪਣੇ ਆਪ ਨੂੰ ਪਹਿਲੇ ਖਾਲੀ ਕੀਤਾ, ਜਿਸ ਨੇ ਆਪਣੇ ਆਪ ਨੂੰ ਦਾਸ ਦੇ ਰੂਪ ਦੇ ਵਿੱਚ ਧਾਰਿਆ, ਜਿਸ ਨੇ ਆਪਣੇ ਆਪ ਨੂੰ ਮੌਤ ਦੇ ਹੱਥ ਸਪੁਰਦ ਕਰ ਦਿੱਤਾ, ਜਿਸ ਨੇ ਆਪਣੇ ਆਪ ਨੂੰ ਮੇਰੇ ਲਈ, ਹਾਂ ਮੇਰੇ ਲਈ ਮੌਤ ਤਾਈ ਆਗਿਆਕਾਰੀ ਬਣਿਆ ਕਿ ਮੈਂ ਉਸ ਵਿੱਚ ਆਗਿਆਕਾਰੀ ਪੁੱਤਰਾਂ ਦੀ ਸੰਤਾਨ ਬਣ ਕੇ ਪਰਮੇਸ਼ਰ ਦੀ ਮਹਿਮਾ ਕਰ ਸਕਾਂ। ਜੋ ਚੀਜ਼ਾਂ ਬਾਬੇ ਆਦਮ ਤੋਂ ਮੈਂ ਖੋਈਆਂ ਸੀ ਉਹ ਪਰਮੇਸ਼ਰ ਦੇ ਕੀਤੇ ਹੋਏ ਇੰਤਜ਼ਾਮ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੈਂ ਪ੍ਰਾਪਤ ਕੀਤੀਆਂ। ਸਦਾ ਦੇ ਲਈ ਪ੍ਰਾਪਤ ਕੀਤੀਆਂ, ਇੱਕ ਦਿਨ ਦੇ ਲਈ ਨਹੀਂ ਪ੍ਰਾਪਤ ਕੀਤੀਆਂ, ਜਿਹੜੀਆਂ ਸਦਾ ਦੇ ਲਈ ਮੈਂ ਪ੍ਰਾਪਤ ਕੀਤੀਆਂ। ਭਾਵ ਅਨੰਤ ਜੀਵਨ, ਪਰਮੇਸ਼ਰ ਦਾ ਪਿਆਰ, ਪਰਮੇਸ਼ਰ ਦੀ ਪਵਿੱਤਰਤਾ, ਪਰਮੇਸ਼ਰ ਦੀ ਸੱਚਾਈ ਜੋ ਮੈਂ ਸਦਾ ਦੇ ਲਈ ਪ੍ਰਾਪਤ ਕੀਤੀ। ਪਰਮੇਸ਼ਰ ਦਾ ਆਨੰਦ ਜੋ ਮੈਂ ਪਰਮੇਸ਼ਰ ਪੁੱਤਰ ਦੇ ਵਿੱਚ ਉਸ ਦੇ ਤਿਆਗ ਦੇ ਨਾਲ ਪ੍ਰਾਪਤ ਕੀਤਾ ਕਿ ਉਹ ਪਰਮੇਸ਼ਰ ਧੰਨਵਾਦ ਅਤੇ ਵਡਿਆਈ ਦੇ ਯੋਗ ਨਹੀਂ। ਉਹ ਪਰਮੇਸ਼ਰ ਜਿਸ ਨੇ ਮੇਰੇ ਲਈ ਆਪਣੇ ਆਪ ਨੂੰ ਖਾਲੀ ਕੀਤਾ, ਉਹ ਪਰਮੇਸ਼ਰ ਜਿਸ ਨੇ ਮੇਰੇ ਲਈ ਆਪਣੇ ਆਪ ਨੂੰ ਦਾਸ ਦਾ ਰੂਪ ਧਾਰਨ ਕੀਤਾ, ਉਹ ਪਰਮੇਸ਼ਰ ਜਿਸ ਨੇ ਮੇਰੇ ਲਈ ਮੈਨੂੰ ਬਚਾਉਣ ਦੇ ਲਈ ਅੰਤ ਤੱਕ, ਮੌਤ ਦੇ ਅੰਤ ਤਾਈਂ ਆਗਿਆਕਾਰੀ ਬਣਿਆ ਰਿਹਾ ਤਾਂ ਕਿ ਮੈਂ ਪਰਮੇਸ਼ਰ ਦੀ ਸੰਤਾਨ ਬਣ ਸਕਾਂ ਸਦਾ ਦੇ ਲਈ। ਕਿ ਉਹ ਪਰਮੇਸ਼ਰ ਧੰਨਵਾਦ ਦੇ ਯੋਗ ਨਹੀਂ। ਇਸ ਵਚਨ ਦੇ ਰਾਹੀਂ ਮੈਂ ਪਰਮੇਸ਼ਰ ਨੂੰ ਉਸ ਦੇ ਇਸ ਦਿਨ ਦੇ ਵਿੱਚ ਉਸ ਦੇ ਇਸ ਪੁਕਾਰ ਦੇ ਲਈ ਤਹਿ ਦਿਲ ਤੋਂ ਧੰਨਵਾਦ ਦਿੰਦਾ ਤਾਂ ਕਿ ਪਰਮੇਸ਼ਰ ਦੀ ਮਹਿਮਾ, ਪਰਮੇਸ਼ਰ ਦੀ ਵਡਿਆਈ ਹੋਵੇ। ਆਪ ਵੀ ਇਸ ਵਚਨ ਦੇ ਰਾਹੀਂ ਪਰਮੇਸ਼ਰ ਦੇ ਕੀਤੇ ਹੋਏ ਉਪਕਾਰਾਂ ਨੂੰ ਨਾ ਵਿਸਾਰਦੇ ਹੋਏ ਉਸ ਦਾ ਧੰਨਵਾਦ ਕਰੀਏ ਜਿਸ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਇੱਕ ਵਚਨ ਮੈਂ ਪੜ੍ਹ ਕੇ ਸਮਾਪਤੀ ਕਰਾਂਗਾ। ਅਫਸੀਆਂ ਦੀ ਪੁਸਤਕ 5 ਅਧਿਆਏ ਉਸ ਦੀ 20 ਆਇਤ ਦੇ ਵਿੱਚ ਇਹੋ ਪਰਮੇਸ਼ਰ ਦਾ ਦਾਸ ਇੱਕ ਗੱਲ ਕਹਿੰਦਾ ਹੈ। 5:20 ਦੇ ਵਿੱਚ ਮੈਂ ਆਪ ਦੇ ਪੜ੍ਹ ਰਿਹਾ ਹਾਂ। ਕਹਿੰਦਾ, ਸਭਨਾਂ ਗੱਲਾਂ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਪਰਮੇਸ਼ਰ ਪਿਤਾ ਅਰਥਾਤ ਪਿਤਾ ਦਾ ਸਦਾ ਧੰਨਵਾਦ ਕਰੋ। ਇਹ ਪਰਮੇਸ਼ਰ ਦਾ ਰਿਣ ਮੇਰੇ ਜੀਵਨ ਦੇ ਵਿੱਚ ਮਸੀਹ ਯਿਸੂ ਦੇ ਵਿੱਚ ਹੈ। ਇਸ ਲਈ ਮੈਂ ਉਸ ਦੇ ਦਿਨ ਦੇ ਵਿੱਚ ਉਸ ਦੇ ਪੁੱਤਰ ਦੇ ਸਾਰੇ ਤਸੀਹਿਆਂ ਅਤੇ ਸਾਰੇ ਦੁੱਖਾਂ ਨੂੰ ਯਾਦ ਕਰਦੇ ਹੋਏ ਕਿ ਉਸ ਨੇ ਕਿਸ ਤਰ੍ਹਾਂ ਇਹ ਸਭ ਕੁਝ ਝੱਲ ਕੇ ਆਪਣੇ ਆਪ ਨੂੰ ਖਾਲੀ ਕਰਕੇ ਮੈਨੂੰ ਪਰਮੇਸ਼ਰ ਦੀ ਸੰਤਾਨ ਬਣਾਇਆ। ਸੱਚਮੁੱਚ ਉਹ ਪਰਮੇਸ਼ਰ ਧੰਨਵਾਦ, ਮਹਿਮਾ ਅਤੇ ਵਡਿਆਈ ਦੇ ਯੋਗ ਹੈ। ਪਰਮੇਸ਼ਰ ਇਸ ਵਚਨ ਦੇ ਰਾਹੀਂ ਸਾਨੂੰ ਪਰਮੇਸ਼ਰ ਦਾ ਧੰਨਵਾਦ ਕਰਨ ਦੇ ਲਈ ਮਦਦ ਕਰੇ ਤਾਂ ਕਿ ਉਸ ਦੇ ਪੁੱਤਰ ਦੇ ਰਾਹੀਂ ਇਹ ਧੰਨਵਾਦ ਦੀ ਭੇਂਟ ਸਵੀਕਾਰ ਕੀਤੀ ਜਾਵੇ ਔਰ ਉਸ ਦਾ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋਵੇ। ਪਰਮੇਸ਼ਰ ਇਸ ਵਚਨ ਦੇ ਰਾਹੀਂ ਸਾਨੂੰ ਬਰਕਤ ਦੇਵੇ। ਜੈ ਮਸੀਹ ਦੀ।